बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फार्मिंग एंड बिजनेस आइडियाज़ में फराज अब्बास की जानब से खुशामदीद। दोस्तों, इस वक्त एक मेहनती किसान भाई के भैंसों के फार्म पर मौजूद हूँ। माशाल्लाह शबीर साहब का ये भैंसों का फार्म है। 25 साल का ये तजर्बा रखते हैं। 2 भैंसों से इन्होंने ये काम शुरू किया और अब अल्हम्दुलिल्लाह इनके पास 18 के करीब भैंसें हैं और टोटल 30 जानवर हैं। शबीर साहब का कहना है कि भैंसों की कामयाबी का राज ये है कि जो भाई मेहनत करेंगे वही इस काम में नफा हासिल करेंगे। इनका कहना है कि जो लोग मेहनत नहीं करते उनके जानवरों का खर्चा ज्यादा होता है। वो बता रहे हैं कि उनके जानवरों का 1000 के करीब खर्चा आ जाता है और जो लोग मेहनत करते हैं उनका खर्चा कम आता है। तो आज की इस वीडियो में हम मालूम करेंगे कि जो लोग मेहनत नहीं करते उनका खर्चा किस तरह ज्यादा आता है और मेहनत करने वालों का खर्चा किस तरह कम आता है। तो इसके अलावा भैंसों के कारोबार के हवाले से एक तफसीली इंटरव्यू किया जाएगा। वीडियो को मुकम्मल लाजमी देखें, इंशाअल्लाह अज़्ज़वजल फायदा जरूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। भाईजान की हाल चाल है? हाँ जी, अल्लाह दा शुक्र जी। की नाम वीर दा? मोहम्मद शबीर। मोहम्मद शबीर भाई, किन्ने अरसे तू मज्जां दा काम कर रहे हो? ये कोई 25 साल तो। 25 साल तो? हाँ जी। 25 साल तो ਤੁਹਾਨੂੰ ਇਹ ਕੰਮ ਕਰਦਿਆਂ ਹੋ ਗਿਆ जी। ਸ਼ੁਰੂ ਚ ਕਿੰਨੀਆਂ ਮੱਝਾਂ ਰੱਖੀਆਂ ਹਜੇ? 2 तो। ਤੇ ਅੱਜ ਕੱਲ ਕਿੰਨੀਆਂ ਨੇ? इस टाइम 18 मज्जां। 18 ਮੱਝਾਂ। ਤੇ ਗਾਈਆਂ ਕਿੰਨੀਆਂ? गाय एक। ਤੇ ਬੱਚੇ ਕਿੰਨੇ? 10 बच्चे। ਕੁੱਲ ਮਿਲਾ ਕੇ 30 ਦੇ ਕਰੀਬ ਹੋ ਜਾਂਦੇ ਨੇ। जी। ਜ਼ਬਰਦਸਤ। ਅੱਛਾ ਸ਼ਬੀਰ ਭਾਈ, ਇਹ ਦੱਸੋ ਕਿ ਅੱਜ ਕੱਲ ਤੁਸੀਂ ਆਪਣੇ ਜਾਨਵਰ ਦੀ ਸੇਵਾ ਕਿਸ ਤਰ੍ਹਾਂ ਕਰ ਰਹੇ ਹੋ? ਉਹਨਾਂ ਨੂੰ ਕੀ ਖਿਲਾ ਪਿਲਾ ਰਹੇ ਹੋ? ਸਾਰੇ ਦਿਨ ਚ ਕੀ ਖਿਲਾਉਂਦੇ ਪਿਲਾਉਂਦੇ ਹੋ? स्टाला ते पराली। ਸ਼ਟਾਲਾ ਤੇ ਪਰਾਲੀ। ਜੀ। ਠੀਕ ਹੋ ਗਿਆ। ਅੱਜ ਕੱਲ ਜਿਹੜਾ ਬੰਦਾ ਮੁੱਲ ਦਾ ਪੱਠਾ ਪਾਉਂਦਾ ਹੈ जी। ਉਹਨੂੰ ਫੀ ਜਾਨਵਰ ਕਿੰਨਾ ਖਰਚਾ ਪੈ ਜਾਂਦਾ ਹੈ? टोटल मिला के 1000 रुपया खर्चा पै जांदा। 1000 ਰੁਪਏ ਕਿਸ ਤਰ੍ਹਾਂ? खाल दा भी पट्ठियां दा भी टोटल सारा मिला के। ਜਰਾ ਹਿਸਾਬ ਕਰਕੇ ਦੱਸੋ ਨਾ। ਮੈਂ ਇੱਕ ਵਾਰੀ ਅੱਗੇ ਵੀਡੀਓ ਬਣਾਈ ਤੇ ਇੱਕ ਬੰਦੇ ਨੇ ਕਿਹਾ ਸੀ 1000 ਤੇ ਜੀ। ਦੇਖਣ ਵਾਲੀ ਸਾਰੀ ਦੁਨੀਆ ਨੇ ਆਖਿਆ ਕਿ 1000 ਖਰਚ ਨਹੀਂ ਹੁੰਦਾ। ਇਹ 1000 ਝੂਠ ਖਰਚ ਨਹੀਂ ਹੁੰਦਾ। ਹੈ। ਤੇ ਜਰਾ ਦੱਸੋ ਹਾਂ ਕਿੰਜ ਝੂਠ ਹੈ? झूठ है इस तरह के दो आइटम ਜਿਹੜੀ 1800 ਰੁਪਏ ਦੀ ਖਾਲ ਦੀ ਬੋਰੀ ਹੈ। ਅੱਛਾ 1200 ਰੁਪਏ ਦਾ ਚੌਖਰ ਦਾ ਤੋੜਾ ਹੈ। ਅੱਛਾ ਤੇ ਜਿਹੜੀ ਇਹਨਾਂ 27 ਕਿਲੋ ਹੁੰਦੀ ਹੈ ਆਪਣਾ ਖਲ ਅੱਛਾ ਤੇ 20 ਕਿਲੋ ਚੌਖਰ ਹੁੰਦਾ ਹੈ। ਅੱਛਾ ਤੇ ਉਹ 3 ਕਿਲੋ ਤੇ ਮੱਝ ਨੂੰ ਵੰਡਾ ਚਾਹੀਦਾ ਹੀ ਹੈ ਨਾ। ਅੱਛਾ ਠੀਕ ਹੈ। ਉਹ ਤਕਰੀਬਨ 2-250 ਦੀ ਐਵਰੇਜ ਨਾਰਮਲ ਵੀ ਪਈ 2-250 ਰੁਪਇਆ ਪੈਂਦਾ ਵੰਡੇ ਦਾ। ਜੀ। ਠੀਕ ਹੋ ਗਿਆ। ਤੇ 250 ਰੁਪਏ ਮਨ ਸਟਾਲ ਹੈ ਅੱਜ ਦਾ ਰੇਟ ਕੰਡੇ ਡਸਕੇ ਦੇ ਉੱਤੇ। ਠੀਕ ਹੈ। ਠੀਕ ਹੈ। ਤੇ 2 ਮਨ ਸਟਾਲਾ ਖਾ ਜਾਂਦੀ ਹੈ ਮੱਝ। ਅੱਛਾ ਤੇ 5-10 ਕਿਲੋ ਪਰਾਲੀ ਵੀ ਚਾਹੀਦੀ। ਠੀਕ ਹੈ। ਹਾਂਜੀ ਤੂੰ ਹਿਸਾਬ ਕਰ। 500 ਤੇ 250 ਉਹ 750 ਹੋ ਗਿਆ। 750 ਹੋ ਗਿਆ। ਤੇ ਲੇਬਰ ਦੀ ਤਕਰੀਬਨ 50 ਰੁਪਏ ਦੀ ਪਰਾਲੀ ਲਾ ਲਓ ਨਾਲ। ਅੱਛਾ ਠੀਕ ਹੈ। 800 ਹੋ ਗਿਆ। ਤੇ ਬੰਦੇ ਦੀ ਦਿਹਾੜੀ ਦੀ ਐਵਰੇਜ ਕੱਢ ਲਓ। 100 ਆ ਗਿਆ ਉਹਦਾ। 900 ਆ ਗਿਆ। 1000 ਦੇ ਕਰੀਬ ਚਲੇ ਗਏ। 1000 ਦੇ ਕਰੀਬ ਚਲੇ ਗਏ ਨੇ। ਤੇ ਜਿਹੜੇ ਕਹਿੰਦੇ ਨੇ 300-400 ਹੁੰਦਾ ਖਰਚਾ, ਉਹ ਕਿਸ ਤਰ੍ਹਾਂ ਕਹਿੰਦੇ ਨੇ? ਉਹ ਕੀ ਕਰਦੇ ਨੇ? ਉਹ ਆਪਣੀ ਮਿਹਨਤ ਨਾਲ ਬਚਾਉਂਦੇ ਨੇ। ਕੀ ਮਿਹਨਤ ਕਿਸ ਤਰ੍ਹਾਂ? ਕੀ ਇਜ਼ਾਫੀ ਮਿਹਨਤ ਕਰਦੇ? ਉਹ ਮਿਹਨਤ ਜਿਹੜਾ 3 ਮਹੀਨੇ ਪੱਠਾ ਫ੍ਰੀ ਪਾਈ ਜਾਂਦਾ। ਮਸਲਨ ਇਹ ਪਰਾਲੀ ਜਿਹੜੀ ਹੈ ਮੁਹਦ ਦੀ। ਅੱਛਾ ਅਸੀਂ ਇਸ ਟਾਈਮ ਨਿਰੀ ਪਿੱਛੇ 3 ਮਹੀਨੇ ਨਿਰੀ ਪਰਾਲੀ ਪਾਈ। ਅੱਛਾ ਤੇ ਸਟਾਲਾ ਜਿਹੜਾ 2-3 ਦਿਨ ਹੋਏ ਨੇ ਸ਼ੁਰੂ ਕੀਤੇ। ਅੱਛਾ ਸਿਰਫ 200 ਰੁਪਇਆ ਖਰਚਾ ਮੱਝ ਦਾ। ਅੱਛਾ ਹਾਂਜੀ ਤੇ ਜਿਹੜਾ ਬੰਦਾ 900 ਰੁਪਇਆ ਖਰਚ ਕਰਦਾ ਹੈ ਜੀ। ਤੇ ਜਿਹੜਾ ਬੰਦਾ 200 ਰੁਪਇਆ ਖਰਚ ਕਰਦਾ ਹੈ, ਜੀ। ਅਸੀਂ ਉਹਨਾਂ ਦਾ ਕਿਸ ਤਰ੍ਹਾਂ ਮੁਆਵਜ਼ਾ ਕਰੀਏ? 900 ਵਾਲੇ ਨੂੰ ਕੋਈ ਫਾਇਦਾ ਵੀ ਹੁੰਦਾ ਹੈ ਕਿ ਉਹ ਘਾਟਾ ਪੈਂਦਾ ਉਹਨੂੰ? ਨਹੀਂ, ਉਹਦਾ ਤੇ ਨਾਰਮਲ ਰੇਂਜ ਹੀ ਪੂਰਾ ਹੁੰਦਾ ਨਾ। ਅੱਛਾ ਮੁਨਾਫਾ ਉਹਨੂੰ ਘੱਟ ਹੀ ਹੁੰਦਾ। ਸਿਰਫ ਉਹਨੂੰ ਇਹ ਹੈ ਕਿ ਉਹ ਜਿਹੜਾ ਮੁਹਦ ਦਾ ਦੁੱਧ ਪੀ ਲੈਂਦਾ ਬਸ ਉਹਨੂੰ ਇਹ ਹੀ। ਅੱਛਾ ਹਾਂਜੀ। ਤੇ 900 ਖਰਚ ਕਰਕੇ ਮੱਝ ਦਿੰਦੀ ਕੀ ਤੇ 200 ਖਰਚ ਕਰਕੇ ਮੱਝ ਕੀ ਦਿੰਦੀ ਹੈ? 200 ਖਰਚ ਕਰਕੇ ਜਿਹੜੀ ਇਹ ਮੱਝ ਉਹ ਲਾ ਲਓ ਕਿ 700 ਰੁਪਇਆ ਦਿਹਾੜੀ ਦੇ ਦੇਗੀ। ਅੱਛਾ। ਜਿਹਦੇ ਤੇ ਤੂੰ 1000 ਖਰਚ ਕਰਨਾ ਉਹ 1000 ਹੀ ਦੇਗੀ। ਤੇ ਫੇਰ ਤੋਂ 1000 ਖਰਚ ਕਰਨ ਵਾਲੇ ਨੂੰ ਫਾਇਦਾ ਬਹੁਤਾ ਹੋਇਆ। ਉਹਨੂੰ ਲੱਭਣਾ ਵੀ ਤੇ 1000 ਹੀ ਹੈ ਨਾ। ਨਹੀਂ, ਮੈਂ ਇਹੋ ਹੀ ਕਹਿਣਾ ਨਾ ਪਿਆ। ਹਾਂਜੀ। ਨਹੀਂ ਅੱਛਾ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇੱਕ ਮੱਝ 1000 ਰੁਪਏ ਖਰਚ ਕਰੀਏ ਤਾਂ ਤੁਹਾਨੂੰ 1000 ਰੁਪਏ ਆਊਟਪੁੱਟ ਦਿੰਦੀ ਹੈ। ਹਾਂਜੀ, ਉਹ 1000 ਹੀ ਦੇਗੀ ਫਿਰ। ਮੁਨਾਫਾ ਜ਼ੀਰੋ ਹੋ ਗਿਆ। ਮੁਨਾਫਾ ਜ਼ੀਰੋ ਹੈ। ਤੇ ਜਿਹਨੇ 200 ਰੁਪਏ ਖਰਚ ਕਰਨਾ ਹੈ ਉਹਨੇ 700 ਰੁਪਏ ਦਾ ਦੁੱਧ ਦੇਣਾ ਹੈ। ਜੀ। ਉਹ ਘੱਟ ਤੋਂ ਘੱਟ ਮੈਂ 7 ਕਿਲੋ ਤੋਂ ਤੇ ਦੁੱਧ ਦੇਗੀ ਨਾ। 500 ਰੁਪਏ ਮੁਨਾਫਾ ਦੇਗੀ। 500 ਰੁਪਇਆ ਮੁਨਾਫਾ ਹੋ ਜਾਏਗਾ। ਠੀਕ ਹੋ ਗਿਆ। ਇਹਦਾ ਮਤਲਬ ਹੈ ਕਿ ਅਗਰ ਕਿਸੇ ਬੰਦੇ ਨੇ ਕੰਮ ਕਰਨਾ ਹੈ ਤਾਂ ਫਿਰ ਉਹ ਮਿਹਨਤ ਵਾਲਾ ਜ਼ਿਹਨ ਬਣਾ ਕਰੇ ਤੇ ਮਿਹਨਤ ਕਰਕੇ ਉਸ ਤਰ੍ਹਾਂ ਜੇ ਆਖੋ ਨਾ ਚਿੱਟੇ ਕੱਪੜੇ ਪਾ ਕੇ ਤੇ ਪੌਟਾ ਬਣ ਕੇ ਤੇ ਫੇਰ ਕੁਝ ਨਹੀਂ। ਮੁੱਲ ਦੇ ਪੱਠੇ ਪਾ ਕੇ ਨਹੀਂ ਬਚਦਾ। ਮੁੱਲ ਦੇ ਪੱਠੇ ਪਾ ਕੇ ਨਹੀਂ, ਮਿਹਨਤ ਕਰਕੇ ਪੱਠੇ ਪਾਏਗਾ ਤੇ ਫੇਰ ਸਹੀ ਹੋ ਗਿਆ। ਤੁਸੀਂ ਇਹ ਦੱਸੋ ਕਿ ਤੁਹਾਡੀਆਂ ਮੱਝਾਂ ਅੱਜ ਕੱਲ ਜਿਹੜੀਆਂ ਤੁਸੀਂ ਰੱਖੀਆਂ ਨੇ ਕਿਹੜੀ ਨਸਲ ਦੀਆਂ ਨੇ? ਇਹ 6 ਨਸਲ ਦੀਆਂ। ਕਿਹੜੇ ਇਲਾਕੇ ਦੀਆਂ ਨੇ? ਚੀਚਾ ਵਤਨੀ ਦੀਆਂ, ਬੂਰੇ ਵਿਆੜੀ ਦੀਆਂ, ਚੀਚਾ ਵਤਨੀ, ਸਾਹੀਵਾਲ, ਬੂਰੇਵਾੜੀ। ਕੁੱਲ ਦੁੱਧ ਦੇਣ ਵਾਲੀਆਂ ਇਸ ਟਾਈਮ ਕਿੰਨੀਆਂ ਤੁਹਾਡੀਆਂ? ਦੁੱਧ ਦੇਣ ਵਾਲੀ ਆਈਟਮ ਸਾਡੇ ਕੋਲੋਂ ਤਕਰੀਬਨ 8 ਮੱਝਾਂ ਤੇ 1 ਗਾਈ। 8 ਮੱਝਾਂ ਤੇ 1 ਗਾਈ। ਹਾਂਜੀ। ਇਹਨਾਂ ਚ ਰੋਜ਼ਾਨਾ ਤੁਸੀਂ ਕਿੰਨਾ ਦੁੱਧ ਲੈ ਰਹੇ ਹੋ?
ਪਰਾਲੀ ਤੇ ਸਟਾਲੇ ਦਾ ਪੱਠਾ ਪਾ ਕੇ ਇਸ ਟਾਈਮ ਤੂੰ 2 ਮਣ ਦੁੱਧ ਦੇ ਦੂੰਗਾ ਸੁਬਾਹ ਸ਼ਾਮ ਦਾ? ਹਾਂ ਸੁਬਾਹ ਸ਼ਾਮ ਦੋਵਾਂ ਟਾਈਮਾਂ ਤੇ ਦਸੀਆਂ ਕਿੰਨੀਆਂ ਜੇ ਮੱਝਾਂ? ਹਾਂਜੀ ਦੁੱਧ ਦੇਣ ਵਾਲੀਆਂ 8 8 ਜੀ। ਯਾਨੀ 80 ਕਿਲੋ ਦੁੱਧ ਦੇ ਰਿਹਾ ਫੀ ਆ ਤੁਹਾਡੇ 8 ਜਾਨਵਰ ਜੀ 10 ਕਿਲੋ ਫੀ ਜਾਨਵਰ ਆ ਗਿਆ 10 ਕਿਲੋ ਫੀ ਜਾਨਵਰ ਜ਼ਬਰਦਸਤ ਬੜੀ ਐਵਰੇਜ ਹੈ ਸਰ ਪਰਾਲੀ ਚੋਂ ਇੰਨਾ ਦੁੱਧ ਕੱਢਣਾ ਹਾਂਜੀ ਪਰਾਲੀ ਜੀ ਸਾਡੀ ਐਵਰੇਜ ਜਿਹੜੀ ਇਹ ਵੇ ਠੀਕ ਹੋ ਗਿਆ ਹਾਂਜੀ ਤੇ ਜਦੋਂ ਸਟਾਲਾ ਆਮ ਹੋ ਜਾਂਦਾ ਹੈ ਉਦੋਂ ਤੁਹਾਡੇ ਦੁੱਧ ਦੀ ਐਵਰੇਜ ਕੀ ਹੁੰਦੀ ਉਦੋਂ ਜਿਹੜੀਆਂ ਇਹ 8 ਮੱਝਾਂ ਨੇ ਹਾਂ। ਇਹ ਹੁਣ ਅਗਰ 80 ਕਿਲੋ ਦੇਣ ਡਈਆਂ ਨੇ ਹਾਂ। ਉਦੋਂ 100 ਕਿਲੋ ਦੇਣਗੀਆਂ ਇਨ 20 ਕਿਲੋ ਮਜ਼ੀਦ ਵਾਚੇਗਾ ਹਾਂ 20 ਕਿਲੋ ਵਧਣਗੀਆਂ ਠੀਕ ਹੈ ਹਾਂਜੀ ਤੁਸੀਂ ਐਨੇ ਜਾਨਵਰਾਂ ਵਾਸਤੇ ਸਾਰੇ ਸਾਲ ਦਾ ਚਾਰੇ ਦਾ ਬੰਦੋਬਸਤ ਕਿੰਨਾ ਕਰਦੇ ਹੋ ਕਿੰਨਾ ਹਰਾ ਚਾਰਾ ਕਰਦੇ ਹੋ ਕਿੰਨਾ ਸੁੱਕਾ ਚਾਰਾ ਰੱਖਦੇ ਹੋ ਇਹ 4 ਕਿੱਲੇ ਸਟਾਲਾ ਤੇ 5 ਕਿੱਲੇ ਜਵਾਰ ਠੀਕ ਹੈ ਤੇ 10 ਕਿੱਲੇ ਦੀ ਪਰਾਲੀ ਤੇ 10 ਕਿੱਲੇ ਦੀ ਤੂੜੀ ਤੇ ਪੂਰੀ ਹੋ ਜਾਂਦੀ ਹੈ ਹਾਂਜੀ ਫੇਰ ਪੂਰੀ ਹੁੰਦੀ ਸਾਰੇ ਜਾਨਵਰ ਆਰਾਮ ਨਾਲ ਚੱਲ ਹਾਂਜੀ ਜਾਂਦੇ 1 ਕਿੱਲਾ ਕਮਾਨ ਨਾਲ 1 ਕਿੱਲਾ ਕਮਾਲ ਨਾਲ ਹਾਂਜੀ। ਤੇ ਆਰਾਮ ਨਾਲ ਕਿੰਨੇ ਬੰਦੇ ਸੰਭਾਲ ਰਹੇ ਹੋ ਇਹਨਾਂ ਨੂੰ ਜਿਹੜੇ ਫੁੱਲ ਟਾਈਮ ਇਹਨਾਂ ਤੇ ਹੋ 2 ਟਾਈਮ 2 ਬੰਦੇ ਫੁੱਲ ਟਾਈਮ ਫੁੱਲ ਟਾਈਮ ਹਾਂਜੀ ਤੁਸੀਂ ਤੁਹਾਡੇ ਜਾਨਵਰ ਮਾਸ਼ਾਅੱਲਾ ਕਾਫੀ ਸਿਹਤਮੰਦ ਨੇ ਇਹਨਾਂ ਦੀ ਅੱਜ ਕੱਲ ਸਾਰੇ ਦਿਨ ਦੀ ਰੁਟੀਨ ਕੀ ਰੱਖੀ ਜੇ ਖਰਾਕ ਦੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਟਾਈਮ ਧਾਰ ਕੱਢਦੇ ਹੋ ਕਿਸ ਟਾਈਮ ਪੱਠੇ ਪਾਉਂਦੇ ਹੋ ਸੁਬਾ ਫਸਟ ਟਾਈਮ ਜਿਹੜਾ ਨੂੰ ਅਸੀਂ 3 ਵਜੇ ਧਾਰਾਂ ਕੱਢਨੇ ਆ ਅੱਛਾ ਤੇ ਸ਼ਾਮੀ ਫੇਰ 3 ਵਜੇ ਇਸ ਟਾਈਮ ਠੀਕ ਹੈ 3 ਤੋਂ 3 ਟਾਈਮ ਸਾਡਾ ਚਵਾਈ ਦਾ ਠੀਕ ਹੈ ਹਾਂਜੀ ਤੇ ਪੱਠੇ ਪੁੱਠੇ ਕਿਸ ਟਾਈਮ ਪੱਠੇ ਇਸ ਟਾਈਮ 1 ਵਜੇ ਪਾ ਦੀ ਸੁਬਾ 3 ਵਜੇ ਸਰ ਜੀ 3 ਵੀ ਪੱਠੇ ਪਾਉਂਦੇ ਹਾਂਜੀ। ਹੋ ਪਾਣੀ ਕਿੰਨੀ ਦਫਾ ਪਿਲਾਉਂਦੇ ਹੋ 2 ਦਫਾ ਹਰੀ ਕੱਲ ਤੇ ਗਰਮੀਆਂ 'ਚ 5 ਦਫਾ ਅੱਜ ਕੱਲ 2 ਦਫਾ ਹਾਂਜੀ ਬਾਹਰ ਕਿੰਨੀ ਦੇਰ ਬੰਦੇ ਹੋ ਔਰ ਅੰਦਰ ਕਿੰਨੀ ਦੇਰ ਬੰਦੇ ਹੋ 12 ਘੰਟੇ ਬਾਹਰ 12 ਘੰਟੇ ਅੰਦਰ 12 ਘੰਟੇ ਬਾਹਰ ਔਰ 12 ਘੰਟੇ ਅੰਦਰ ਤੇ ਜਦੋਂ ਸ਼ਰੀਰ ਸਰਦੀ ਹੁੰਦੀ ਹੈ ਉਦੋਂ ਕੀ ਕਰਦੇ ਹੋ ਜੇ ਜਦੋਂ ਧੁੰਦ ਲੈਣੀ ਉਦੋਂ ਬਾਹਰ ਕੱਢਣੀ ਜੇ ਧੁੱਪ ਚੜਨੀ ਹਾਂ ਜਿੰਨਾ ਜੇ ਧੁੱਪ ਨਹੀਂ ਚੜਨੀ ਉਹਨਾਂ ਚ ਅੰਦਰ ਹੀ ਰਹਿਣਾ ਇਹਨਾਂ ਨੇ ਪਾਉਂਦੇ ਠੀਕ ਹੈ ਬਕਾਇਦਾ ਹੀਟਰ ਲਾ ਦੇ ਦਿੰਦੇ ਹੀਟਰ ਵੀ ਰੱਖੇ ਦੇ ਹਾਂਜੀ ਸਹੀ ਜਦੋਂ ਗੱਲ ਹੈ। ਛੋਟੇ ਬੱਚੇ ਹੋਣ ਇਹਨਾਂ ਨੂੰ ਹੀਟਰ ਲਾ ਦੇ ਠੀਕ ਹੈ ਹਾਂਜੀ ਅੱਛਾ ਆਮ ਤੌਰ ਤੇ ਲੋਕਾਂ ਦੇ ਕੱਟੀਆਂ ਵਿੱਚ ਮਰ ਜਾਂਦੇ ਨੇ ਸਰਦੀਆਂ 'ਚ ਹਾਂਜੀ ਤੁਸੀਂ ਕੀ ਕਰਦੇ ਹੋ? ਤੁਹਾਡੇ ਮਰ ਜਾਂਦੇ ਜਾਂ ਬਚਦੇ ਨੇ ਨਹੀਂ ਸਾਡੇ ਨਹੀਂ ਮਰਦੇ ਅਸੀਂ ਹੀਟਰ ਲਾਉਂਦੇ ਆ ਕੋਲ ਹੀਟ 'ਚ ਰਹਿੰਦੇ ਨੇ ਹੀਟ ਦੇ ਯਾਨੀ ਤੁਸੀਂ ਹਾਂਜੀ। ਉਹਨਾਂ ਦਾ ਹਿਸਾਬ ਕਿਤਾਬ ਲਾ ਕੇ ਰੱਖਦੇ ਹੋ ਜੀ ਜ਼ਿੰਦਾਬਾਦ ਅੱਛਾ ਇਹ ਦੱਸੋ ਕਿ ਜਿਹੜੀ ਚੰਗੀ ਨਸਲ ਦੀ ਮੱਝ ਹੈ ਹਾਂਜੀ। ਆਮ ਬੰਦੇ ਨੂੰ ਕਿੰਜ ਪਤਾ ਚੱਲੇਗਾ ਕਿ ਚੰਗੀ ਨਸਲ ਦੀ ਉਹ ਅਗਰ ਲੈਣ ਜਾਏ ਤੇ ਹੁਣ ਨਸਲ ਹੈ ਹੀ ਚੰਗੀ ਹੈ ਉਹ ਕਿਸ ਤਰ੍ਹਾਂ ਮਾੜੀ ਨਸਲ ਹੈ ਹੀ ਕੋਈ ਨਹੀਂ ਖਤਮ ਹੋ ਗਈ ਇਹ ਨਸਲ ਜਿਹੜੀ ਲੋਕਲ ਨਸਲ ਹੀ ਖਤਮ ਹੋ ਗਈ ਅੱਛੀ ਨਸਲ ਹੈ ਹੁਣ ਯਾਨੀ ਮੰਡੀ 'ਚ ਜਾਈਏ ਤੇ ਜਿਹੜੀ ਮਰਜ਼ੀ ਮੱਝ ਹੋਏ ਤੇ ਇੱਕੋ ਰੇਟ ਤੇ ਲੈ ਲਈਏ ਨਹੀਂ ਨਹੀਂ ਰੇਟ ਤੇ ਨਹੀਂ ਨਾ ਇੱਕੋ ਜਿਹਾ ਹੋਣਾ ਮੱਝ ਇੱਕ ਅੱਛੀ ਵੀ ਹੋਏਗੀ ਪਰ ਲੇਕਿਨ ਹੋਏਗੀ ਨਸਲ ਬਾਰਿਸ਼ ਹੋਵੇਗੀ ਜਿਹੜੀ ਹਲਕੀ ਹੋਏਗੀ ਵੀ ਨਸਲੀ ਹੋਏਗੀ ਅੱਛਾ। ਜਿਹੜੀ ਅੱਛੀ ਹੋਏਗੀ ਉਸ ਤੋਂ ਵੀ ਅੱਛੀ ਹੋਏਗੀ ਤੇ ਚੰਗੀ ਜਿਹੜੀ ਮੱਝ ਹੈ ਹਾਂਜੀ। ਉਹ ਕਿੰਨੇ ਦੀ ਲੱਭਦੀ ਤੇ ਮਾੜੀ ਕਿੰਨੇ ਦੀ ਲੱਭਦੀ ਮਾੜੀ ਜਿਹੜੀ ਉਹ 1.5 ਲੱਖ ਦੀ ਲੱਭ ਜਿਹੜੀ ਅੱਛੀ ਉਹ 2.5 ਲੱਖ ਦੀ ਲੱਭਦੀ 2.5 ਪੌਣੇ 3 ਲੱਖ 2.5 ਲੱਖ ਵਾਲੀ ਦਾ ਤੇ 1.5 ਲੱਖ ਵਾਲੀ ਦਾ ਫਰਕ ਕਿੰਜ ਪਤਾ ਚੱਲੇਗਾ ਮੈਂ ਹੀ ਟੁੱਟ ਜਾਣਾ ਮੈਨੂੰ ਨਹੀਂ ਪਤਾ ਤੇ ਮੈਂ ਕਿੰਜ ਪਹਿਚਾਨਾਂਗਾ ਕਿ 2.5 ਲੱਖ 2.5 ਵਾਲੀ ਜਾਂ 1.5 ਉਹ ਵਾਲੀ ਨਸਲ ਇੱਕ ਹੀ ਹੋਏਗੀ ਪਰ ਲੇਕਿਨ ਉਹਦੇ ਵਿੱਚ ਜਿਹੜੀ ਉਹਦੀ ਸ਼ਕਲ ਵਜ੍ਹਾ ਦੀ ਫਰਕ ਹੋਏਗਾ ਉਹਦੇ ਥਣਾਂ ਦਾ ਫਰਕ ਹੋਏਗਾ ਕਿਸ ਤਰ੍ਹਾਂ ਦਾ ਖੂਬਸੂਰਤੀ ਦਾ ਫਰਕ ਹੋਏਗਾ ਜਿਹੜੀ 2.5 ਵਾਲੀ ਉਹਦੇ 'ਚ ਕਿਹੜੀ ਕਿਹੜੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਉਹਦਾ ਸਿੰਘ ਕੁੰਡਾ ਹੋਏਗਾ ਥਣ ਦੂਰ ਦੂਰ ਹੋਣਗੇ ਅੱਛਾ ਤੇ ਬਹਾਨਾ ਪਛਾਣ ਹੋਏਗਾ ਠੀਕ ਹੈ ਹਾਂਜੀ ਹੋਰ ਹੋਰ ਜਿਹੜੀ ਮੱਝ ਹਲਕੀ ਹੈ ਉਹਦੇ ਸਿੰਘ ਵੱਡੇ ਹੋਣਗੇ ਹੂੰ ਥਣ ਜਿਹੜੇ ਨੇ ਜੁੜੇ ਹੋਣਗੇ ਇੱਕ ਮੁੱਠ ਹੋਣਗੇ ਸਾਰੇ ਠੀਕ ਹੈ ਇੰਨੇ 'ਚ ਲੱਖ ਰੁਪਏ ਦਾ ਫਰਕ ਪੈ ਜਾਂਦਾ ਠੀਕ ਹੈ ਹਾਂਜੀ ਅੱਛਾ ਇਹ ਦੱਸੋ ਕਿ ਤੁਸੀਂ ਇਹ ਜਾਨਵਰਾਂ ਨੂੰ ਸੰਭਾਲਣ ਵਾਸਤੇ ਜਿਹੜਾ ਸ਼ੈੱਡ ਬਣਾਇਆ ਹੈ ਕਿੰਨੀ ਜਗ੍ਹਾ 'ਚ ਬਣਾਇਆ ਹੈ ਇਹ 6.5 ਮਰਲੇ 'ਚ 6 ਮਰਲੇ ਛੱਤ ਜੀ। ਤੇ ਖੁੱਲੀ ਜਗ੍ਹਾ ਮਟਾਈ ਕਨਾਲ 6 ਮਰਲੇ ਦੀ ਛੱਤ ਵਿੱਚ ਕਿੰਨੇ ਜਾਨਵਰ ਸੰਭਾਲੇ ਜਾ ਸਕਦੇ ਨੇ 20 ਜਨਵਰੀ ਸੰਭਾਲੇ ਜਾਂਦੇ ਇਹ 6 ਵੇ ਕਿ ਜ਼ਿਆਦਾ ਹੈ ਨਹੀਂ 6 ਮਰਲੇ 20 ਜਾਨਵਰ ਆ ਜਾਂਦੇ ਆਰਾਮ ਨਾਲ 28 ਜਨਵਰੀ ਟੋਟਲ ਵੱਜ ਜਾਂਦੇ 14 ਇੱਧਰ ਤੇ 14 ਉੱਧਰ ਯਾਨੀ 28 ਜਾਨਵਰ ਤੁਸੀਂ ਇਸ ਸ਼ੈੱਡ 'ਚ ਹਾਂਜੀ। ਸੰਭਾਲ ਸਕਦੇ ਹੋ ਹਾਂਜੀ। ਆਰਾਮ ਨਾਲ ਜਿੰਦਾਬਾਦ ਅੱਛਾ ਬੱਚੇ ਕੱਢ ਕੇ ਵੱਡੇ 28 ਜਨਵਰੀ ਵੱਜ ਜਾਂਦੇ ਠੀਕ ਹੈ ਹਰ ਕੰਮ 'ਚ ਕੁਝ ਮਸਾਇਲ ਵੀ ਹੁੰਦੇ ਨੇ ਜੀ ਤੁਹਾਡੇ ਕੰਮ 'ਚ ਜਿਹੜੇ ਪੇਚੀਦਾ ਚੀਜ਼ਾਂ ਜਿਹੜੀਆਂ ਤੁਹਾਨੂੰ ਪੇਸ਼ ਆਉਂਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਮਸਲਨ ਮਤਲਬ ਜੇ ਇਹ ਮਸਲਾ ਵੀ ਅਗਰ ਨਾ ਹੋਏ ਤੇ ਤੁਹਾਡਾ ਕੰਮ ਸੌਖਾ ਹੋਈਏ ਬਿਮਾਰੀ ਮਸਲਨ ਕੋਈ ਬਿਮਾਰੀ ਕੋਈ ਮਜ਼ਦੂਰ ਦਾ ਨਸਣਾ ਹਾਂਜੀ ਅੱਛਾ ਬਿਮਾਰੀ ਤੇ ਹੁਣ ਆ ਗਲਘੋਟੂ ਦੀ ਬਿਮਾਰੀ ਚੱਲੀ ਹੈ ਹੁਣ ਅੱਛਾ ਹਾਂਜੀ ਇੱਕ ਬੰਦਾ ਹਰ ਡੇਰੇ ਤੇ 2-2 3-3 ਡੰਗਰ ਮਰਦੇ ਨੇ ਪਏ ਹੁਣ ਗਲਗੋਟੂ ਨਾਲ ਹਾਂਜੀ ਇਹਦਾ ਹੱਲ ਕੀ ਫਿਰ ਇਹਦਾ ਹੱਲ ਹੈ ਜੇ ਸਰਕਾਰੀ ਡਾਕਟਰ ਨੇ ਆ ਕੇ ਟੀਕੇ ਨਹੀਂ ਲਾਉਂਦੇ ਫਾਸਟ ਟੀਕ ਨਹੀਂ ਲਗਾ ਰਹੇ ਬਾਅਦ ਟੀਕੇ ਨਹੀਂ ਲਾਉਂਦੇ ਸਰਕਾਰੀ ਡਾਕਟਰ ਤੇ ਤੁਸੀਂ ਹੋਰ ਵੀ ਨਹੀਂ ਅਰੇਂਜ ਕਰ ਸਕਦੇ ਅਸੀਂ ਪ੍ਰਾਈਵੇਟ ਲਵਾਉਂਦੇ ਆ ਖੁਰਾਕ ਪ੍ਰਾਈਵੇਟ ਲਵਾਉਂਦੇ ਹਾਂਜੀ ਠੀਕ ਹੈ ਸਰਕਾਰੀ ਡਾਕਟਰ ਆਉਂਦੇ ਹੀ ਨਹੀਂ ਅਗਰ ਜਾਨਵਰ ਨੂੰ ਕੁਝ ਹੋਈਏ ਗਲਗੋਟੂ ਤੇ ਉਹਦਾ ਹਰ ਹੱਲ ਕੀ ਹੁੰਦਾ ਡਾਕਟਰ ਨੂੰ ਬੁਲਾਣਾ ਉਹਦੀ ਹਾਲ ਫਿਰ ਮੌਤ ਹੀ ਜਿਹਨੂੰ ਗਲਘੋਟੂ ਹੋ ਜਾਣਾ ਨਾ ਹਾਂ। ਜਦੋਂ ਹੋ ਜਾਣਾ ਫਿਰ ਉਹਦਾ ਕੋਈ ਇਲਾਜ ਨਹੀਂ। ਫਿਰ ਨਹੀਂ ਬਚਦਾ ਫਿਰ 100 ਚੋਂ 10% ਉਮੀਦ ਹੈ ਕਿ ਬਚੇਗਾ 90% ਕੋਈ ਨਹੀਂ ਠੀਕ ਅੱਛਾ ਮੁਲਾਜ਼ਮਾਂ ਦੇ ਵੀ ਬੜੇ ਅੱਜ ਕੱਲ ਜਿਹੜੇ ਕਿਲਾ ਤੋਂ ਉਹ ਕੀ ਹਿਸਾਬ ਕਿਤਾਬ ਕਹਿੰਦੇ ਉਹ ਪੂਰੀ ਹੁੰਦੀ ਹੈ ਦੌੜ ਜਾਂਦੇ ਨੇ ਕੀ ਮਸਲਾ ਮਸਾਲੇ ਨਾਲ ਥੋੜੇ ਬਾਰੇ ਮੁਲਾਜ਼ਮ ਤੇ ਰਹਿੰਦੇ ਹੀ ਨਹੀਂ ਨਾ ਉਹ ਮਾਲਕ ਜਿੰਨਾ ਮਰਜ਼ੀ ਵੀ ਉਹਨਾਂ ਨੂੰ ਪੈਸਾ ਦੇ ਜੋ ਮਰਜ਼ੀ ਕਰੇ ਉਹ ਨਹੀਂ ਰਹਿੰਦੇ ਹਾਂਜੀ ਕੀ ਇੱਕ ਮੁਲਾਜ਼ਮ ਦੀ ਤਨਖਾਹ ਵਗੈਰਾ ਚੱਲ ਰਹੀ ਹੈ ਅੱਜ ਕੱਲ ਤਨਖਾਹ ਫਰਕ ਹੀ 12,000 ਤੁਰ ਕੇ 15 16 17 18 19 20 22 ਤੱਕ ਜਾਂਦਾ ਹੈ ਤੇ ਠੀਕ ਹੋ ਗਿਆ ਅੱਜ ਕੱਲ ਪਰਾਲੀ ਦੇ ਨਾਲ ਕੋਈ ਹੋਰ ਚੀਜ਼ ਇਸਤੇਮਾਲ ਕਰਵਾ ਰਹੇ ਹੋ ਇਹਨਾਂ ਨੂੰ ਕੋਈ ਵੰਡਾ ਵਗੈਰਾ ਕੋਈ ਐਸੀ ਚੀਜ਼ ਹਾਂਜੀ ਵੰਡਾ ਖਾਲ ਚੋਕਰ ਇਸਤੇਮਾਲ ਕਰਨੇ ਕੋਈ ਸਪੈਸ਼ਲ ਵੰਡਾ ਸਪੈਸ਼ਲ ਵੰਡਾ ਅਸੀਂ ਨਹੀਂ ਪਾਉਂਦੇ
ਠੀਕ ਹੋ ਗਿਆ। ਦੁੱਧ ਵਧਾਉਣ ਵਾਸਤੇ ਨਹੀਂ ਪਾਉਂਦੇ ਕੋਈ? ਨਹੀਂ ਉਹ ਅਸੀਂ ਨਹੀਂ ਪਾਉਂਦੇ। ਠੀਕ ਹੋ ਗਿਆ। ਅੱਛਾ ਇੱਕ ਸਵਾਲ ਹੈ ਸ਼ੈਡ ਡਿਜ਼ਾਈਨ ਦੇ ਹਵਾਲੇ ਨਾਲ। ਤੁਸੀਂ ਇਹ ਸ਼ੈਡ ਬਣਾਇਆ ਪੱਕਾ ਜੀ ਠੀਕ ਹੈ। ਇਹ ਕਹਿੰਦੇ ਨੇ ਗਰਮੀਆਂ 'ਚ ਗਰਮ ਹੋ ਜਾਂਦਾ ਹੈ। ਹਾਂਜੀ ਠੀਕ ਹੈ। ਤੇ ਸ਼ੈਡ ਡਿਜ਼ਾਈਨ ਤੁਸੀਂ ਗਰਮੀਆਂ 'ਚ ਫਿਰ ਇਹਦਾ ਕੀ ਹੱਲ ਕਰਦੇ ਹੋ? ਆ ਫੈਨ ਲੱਗੇ ਇਹਨਾਂ ਉੱਪਰ। ਠੀਕ ਹੈ। ਹਾਂਜੀ ਵੈਸੇ ਕੱਚਾ ਛੱਤ ਅੱਛਾ ਹੁੰਦਾ ਹੈ? ਕੱਚਾ ਛੱਤ ਹੁੰਦਾ ਤੇ ਅੱਛਾ, ਪਰ ਜੇ ਬਰਸਾਤ ਹੁੰਦੀ ਹੈ ਚੁੰਦਾ। ਅੱਛਾ। ਤੇ ਜਦੋਂ ਚੋਵਾ ਪੈਂਦਾ ਜਿਹੜਾ ਮਾਲ ਇਹ ਚੋਵੇ ਨਾਲ ਬਿਮਾਰ ਹੋ ਜਾਂਦਾ। ਕੁਝ ਲੋਕਾਂ ਲੋਹੇ ਦੇ ਛੱਤ ਵੀ ਬਣਾਏ ਨੇ। ਹਾਂਜੀ ਸ਼ੈਡ ਬਣਾਏ ਨੇ। ਤੇ ਹਾਂਜੀ ਉਹ ਵੀ ਕਾਮਯਾਬ ਨੇ। ਉਹ ਵੀ ਕਾਮਯਾਬ ਨੇ। ਹਾਂਜੀ ਠੀਕ ਅੱਛਾ, ਹੈ। ਮੱਝਾਂ ਵਗੈਰਾ ਸੇਲ ਕਰਦੇ ਹੋ ਅਗਰ ਕਿਸੇ ਲੈਣੀਆਂ ਹੋਣ ਤੇ? ਕੰਮ ਹੀ ਕਰਨੇ ਆ, ਜ਼ਿਆਦਾ ਨਹੀਂ ਕਰਦੇ। ਠੀਕ ਹੋ ਗਿਆ। ਜੈਸਾ ਮੈਂ ਕਹਾ ਤਾਜ਼ੀ ਮੱਝ ਨਜ਼ਰ ਆ ਰਹੀ ਹੈ ਕਿ ਸੇਲ ਕਰਨਾ ਚਾਹੁੰਦੇ ਹੋ ਤੁਸੀਂ ਇਹ ਵਾਲੀ? ਜੇ ਕੋਈ ਆ ਜਾਏ ਤੇ ਫਿਰ ਸੇਲ ਕਰ ਦਿਆਂਗੇ। ਗਾਹਕ ਆਏ ਤੇ ਸੇਲ ਕਰ ਵੀ ਦੇ ਕੀ ਦੀ। ਰੇਟ ਵਗੈਰਾ ਕੋਈ ਰੇਟ ਦੱਸ ਦਿਓ ਇਹਦਾ। ਇਹਦਾ ਆਈਟਮ ਪੌਣੇ 2 ਲੱਖ ਰੁਪਇਆ ਲੱਗ ਗਿਆ। ਉਹਨੇ 2 ਲੱਖ ਰੁਪਏ ਲੱਗ ਗਿਆ। 1 ਲੱਖ ਤੇ 75,000 76,000 ਲੱਗਦਾ ਪਿਆ। ਇਹ ਕਿੰਨੀ ਦੇਰ ਹੋ ਗਈ ਲਿਆਂ ਤੁਹਾਨੂੰ ਮੱਝ ਆ ਵਾਲੀ? 2 ਸਾਲ ਹੋ ਗਏ। ਤੇ ਕੀ ਮਾਸ਼ਾਅੱਲਾ ਦੇ ਦੁੱਧ ਕੀ ਐਵਰੇਜ ਰਹੀ ਹੈ? ਇਹ ਦੁੱਧ ਹੀ ਆ 11-12 ਕਿਲੋ। ਯਾਰ ਹਾਂਜੀ 10 ਤੋਂ ਉੱਤੇ ਹੀ ਹੈ। ठीक है, बहुत शुक्रिया भाई, तुसी बड़ी अच्छी मालूमात दी ने। नाजरीन अगर रब्ता करना चाहें तो कोई फ़ोन नंबर दे दो। 0307 जी 63 44 809। जिंदाबाद। बहुत शुक्रिया सर। अस्सलाम वालेकुम।